ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 8ਵੀਂ ਦੇ ਪਾਰਟ 1 ਤੋਂ ਲੈ ਕੇ ਪਾਰਟ 4 ਤੱਕ ਦੇ ਅਭਿਆਸ ਦੀ ਦੁਹਰਾਈ ਲੈ ਕੇ ਹਾਜ਼ਰ ਹੋਏ ਹਾਂ। ਸੋ ਇਸ ਪੂਰੀ ਵੀਡੀਓ ਦੌਰਾਨ ਅਸੀਂ ਪਾਰਟ 1 ਤੋਂ ਪਾਰਟ 4 ਤੱਕ ਦੀਆਂ ਖਾਲੀ ਥਾਵਾਂ, ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਦੀ ਦੁਹਰਾਈ ਕਰਾਂਗੇ। ਸੋ ਆਓ ਅਸੀਂ ਹੁਣ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਹੁਣ ਅੱਗੇ ਅਸੀਂ ਇਸ ਪਾਰਟ ਦੀ ਦੁਹਰਾਈ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਖਾਲੀ ਥਾਵਾਂ ਭਰੋ। ਤਾਂ ਪਹਿਲਾ ਪੁਆਇੰਟ ਹੈ ਡੈਸ਼ ਫੌਂਟ ਦੀ ਵਰਤੋਂ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ। ਤਾਂ ਸਾਡੇ ਕੋਲ ਇਸਦੇ ਆਪਸ਼ਨ ਨੇ ਅਨਮੋਲ ਲਿਪੀ, ਰਾਵੀ, ਜੋਏ ਜਾਂ ਉਪਰੋਕਤ ਸਾਰੇ। ਤਾਂ ਸਾਡੇ ਕੋਲ ਇਸਦਾ ਸਹੀ ਉੱਤਰ ਹੈ ਅਨਮੋਲ ਲਿਪੀ ਫੌਂਟ ਦੀ ਵਰਤੋਂ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ। ਸੋ ਅੱਗੇ ਸਾਡੇ ਕੋਲ ਦੂਸਰੀ ਖਾਲੀ ਥਾਂ ਹੈ ਅਨਮੋਲ ਲਿਪੀ ਨਾਲ ਟਾਈਪ ਕਰਦੇ ਹੋਏ ਖੱਬੇ ਹੱਥ ਦੀ ਛੋਟੀ ਉਂਗਲੀ ਨਾਲ ਹੋਮ ਰੋ ਦੀ ਡੈਸ਼ ਕੀ ਦਬਾਈ ਜਾਂਦੀ ਹੈ। ਸਾਡੇ ਕੋਲ ਪਹਿਲਾ ਹੈ ਊੜਾ ਜਾਂ ਐੜਾ, ਦੂਸਰਾ ਆ ਸੱਸਾ ਜਾਂ ਛੱਛਾ, ਤੀਸਰਾ ਹੈ ਦੱਦਾ ਜਾਂ ਧੱਦਾ ਤੇ ਚੌਥਾ ਹੈ ਡੱਡਾ ਜਾਂ ਢੱਡਾ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਅਨਮੋਲ ਲਿਪੀ ਨਾਲ ਟਾਈਪ ਕਰਦੇ ਹੋਏ ਖੱਬੇ ਹੱਥ ਦੀ ਛੋਟੀ ਉਂਗਲੀ ਨਾਲ ਹੋਮ ਰੋ ਦੀ ਊੜਾ ਜਾਂ ਐੜਾ ਕੀ ਦਬਾਈ ਜਾਂਦੀ ਹੈ। ਤੀਸਰਾ ਸਾਡੇ ਕੋਲ ਪੁਆਇੰਟ ਹੈ ਅਨਮੋਲ ਲਿਪੀ ਨਾਲ ਟਾਈਪ ਕਰਦੇ ਹੋਏ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ਤੀਜੇ ਰੋ ਦੀ ਡੈਸ਼ ਕੀ ਦਬਾਈ ਜਾਂਦੀ ਹੈ। ਤਾਂ ਸਾਡੇ ਕੋਲ ਇਸਦੇ ਆਪਸ਼ਨ ਹੈ ਬੱਬਾ ਜਾਂ ਭੱਬਾ, ਨੰਨਾ ਜਾਂ ਬਿੰਦੀ, ਮੰਮਾ ਜਾਂ ਟਿੱਪੀ, ਮੰਮਾ ਜਾਂ ਟਿੱਪੀ ਜਾਂ ਨੰਨਾ ਜਾਂ ਬਿੰਦੀ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਅਨਮੋਲ ਲਿਪੀ ਨਾਲ ਟਾਈਪ ਕਰਦੇ ਹੋਏ ਸੱਜੇ ਹੱਥ ਦੀ ਇੰਡੈਕਸ ਉਂਗਲੀ ਦੇ ਨਾਲ ਤੀਜੀ ਰੋ ਦੀ ਨੰਨਾ ਜਾਂ ਬਿੰਦੀ ਕੀ ਦਬਾਈ ਜਾਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਅਨਮੋਲ ਲਿਪੀ ਨਾਲ ਟਾਈਪ ਕਰਦੇ ਹੋਏ ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ਦੂਜੀ ਰੋ ਦੀ ਡੈਸ਼ ਕੀ ਦਬਾਈ ਜਾਂਦੀ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਤੱਤਾ ਜਾਂ ਥੱਥਾ, ਕੰਨਾ ਜਾਂ ਕੰਨੇ ਪੈਰ ਕੰਨੇ ਸਿਰ ਤੇ ਬਿੰਦੀ, ਈੜੀ ਜਾਂ ਊੜਾ, ਰਾਰਾ ਜਾਂ ਪੈਰਾਂ 'ਚ ਰਾਰਾ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਅਨਮੋਲ ਲਿਪੀ ਨਾਲ ਟਾਈਪ ਕਰਦੇ ਹੋਏ ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ਦੂਜੀ ਰੋ ਦੀ ਕੰਨਾ ਜਾਂ ਕੰਨੇ ਉੱਪਰ ਬਿੰਦੀ ਕੀ ਦਬਾਈ ਜਾਂਦੀ ਹੈ। ਪੰਜਵਾਂ ਸਾਡੇ ਕੋਲ ਨੰਬਰ ਪੈਡ ਦੀ ਵਰਤੋਂ ਲਈ ਡੈਸ਼ ਕੀ ਔਨ ਰੱਖਣੀ ਚਾਹੀਦੀ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਨੰਬ ਲੌਕ, ਕੈਪਸ ਲੌਕ, ਸਕਰੋਲ ਲੌਕ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਨੰਬਰ ਪੈਡ ਦੀ ਵਰਤੋਂ ਲਈ ਨੰਬ ਲੌਕ ਕੀ ਹਮੇਸ਼ਾ ਔਨ ਰੱਖਣੀ ਚਾਹੀਦੀ ਹੈ। ਅੱਗੇ ਸਾਡੇ ਕੋਲ ਸਹੀ ਗੱਲ ਦੱਸੋ। ਪਹਿਲਾ ਸਾਡੇ ਕੋਲ ਪੁਆਇੰਟ ਹੈ ਟਾਈਪਿੰਗ ਕਰਨ ਲਈ ਕੀਬੋਰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਇੱਕ ਖੱਬੇ ਹੱਥ ਲਈ ਅਤੇ ਇੱਕ ਸੱਜੇ ਹੱਥ ਲਈ। ਸਹੀ। ਦੂਸਰਾ ਪੁਆਇੰਟ ਹੈ ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਬੋਰਡ ਨੂੰ ਦੇਖਦੇ ਹੋਏ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖਦੇ ਹਾਂ। ਸਾਡੇ ਕੋਲ ਇਹਦਾ ਉੱਤਰ ਹੈ ਗਲਤ, ਕਿਉਂਕਿ ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਬੋਰਡ ਨੂੰ ਦੇਖੇ ਬਿਨਾਂ, ਨਾ ਕਿ ਦੇਖਦੇ ਹੋਏ ਤੇਜ਼ ਰਫ਼ਤਾਰ ਟਾਈਪਿੰਗ ਕਰਨੀ ਸਿੱਖਦੇ ਹਾਂ। ਤੀਸਰਾ ਪੁਆਇੰਟ ਹੈ ਅਨਮੋਲ ਲਿਪੀ ਫੌਂਟ ਸਾਨੂੰ ਪੰਜਾਬੀ ਵਿੱਚ ਟਾਈਪ ਕਰਨ ਵਿੱਚ ਮਦਦ ਕਰਦਾ ਹੈ। ਇਸਦਾ ਉੱਤਰ ਹੈ ਸਹੀ। ਚੌਥਾ ਹੈ ਸਪੇਸ ਬਾਰ ਕੀ ਦਬਾਉਣ ਲਈ ਅਸੀਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ। ਗਲਤ। ਅੱਗੇ ਹੈ ਸ਼ਿਫਟ ਕੀ ਦੀ ਵਰਤੋਂ ਅਗਲੀ ਲਾਈਨ ਤੇ ਜਾਣ ਲਈ ਕੀਤੀ ਜਾਂਦੀ ਹੈ। ਗਲਤ। ਉਸ ਤੋਂ ਬਾਅਦ ਸਾਡੇ ਕੋਲ ਛੋਟੇ ਉੱਤਰਾਂ ਦੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਟੱਚ ਟਾਈਪਿੰਗ ਕੀ ਹੁੰਦੀ ਹੈ। ਸੋ ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਬੋਰਡ ਨੂੰ ਦੇਖੇ ਬਿਨਾਂ ਸਾਰੀਆਂ ਉਂਗਲਾਂ ਨਾਲ ਕਦਮ ਦਰ ਕਦਮ ਟਾਈਪਿੰਗ ਕਰਨਾ ਸਿੱਖ ਸਕਦੇ ਹਾਂ। ਜੇਕਰ ਅਸੀਂ ਟਾਈਪ ਕਰਨ ਸਮੇਂ ਕੀਬੋਰਡ ਉੱਪਰ ਕੀਜ਼ ਲੱਭਦੇ ਰਹਾਂਗੇ ਤਾਂ ਨਤੀਜੇ ਵਜੋਂ ਸਾਨੂੰ ਟਾਈਪਿੰਗ ਸਪੀਡ ਬਹੁਤ ਹੌਲੀ ਹੋ ਜਾਵੇਗੀ। ਦੂਸਰਾ ਪ੍ਰਸ਼ਨ ਹੈ ਹੋਮ ਰੋ ਉੱਪਰ ਉਂਗਲਾਂ ਦੀ ਸਥਿਤੀ ਬਾਰੇ ਦੱਸੋ। ਜਿਵੇਂ ਕਿ ਤੁਸੀਂ ਇਸ ਚਾਰਟ ਵਿੱਚ ਦੇਖ ਪਾ ਰਹੇ ਹੋ, ਛੋਟੀ ਉਂਗਲੀ ਸ਼ਿਫਟ ਕੀ ਤੋਂ ਬਿਨਾਂ ਊੜਾ ਪ੍ਰੈਸ ਕਰੇਗੀ ਅਤੇ ਛੋਟੀ ਉਂਗਲੀ ਇਹ ਪ੍ਰੈਸ ਕਰਨ ਦੇ ਨਾਲ ਸ਼ਿਫਟ ਦੇ ਨਾਲ ਐੜਾ ਟਾਈਪ ਕਰੇਗੀ। ਉਸੇ ਤਰ੍ਹਾਂ ਨਾਲ ਰਿੰਗ ਉਂਗਲੀ ਦੇ ਨਾਲ ਜੇਕਰ ਅਸੀਂ ਐਸ ਟਾਈਪ ਕਰਦੇ ਹਾਂ ਸ਼ਿਫਟ ਕੀ ਤੋਂ ਬਿਨਾਂ ਤਾਂ ਸੱਸਾ ਟਾਈਪ ਕਰੇਗਾ। ਜੇਕਰ ਅਸੀਂ ਰਿੰਗ ਉਂਗਲੀ ਦੇ ਨਾਲ ਐਸ ਟਾਈਪ ਕਰਾਂਗੇ ਸ਼ਿਫਟ ਕੀ ਦੇ ਨਾਲ ਤਾਂ ਸੱਸੇ ਪੈਰ ਬਿੰਦੀ ਟਾਈਪ ਕਰੇਗਾ। ਉਸੇ ਤਰ੍ਹਾਂ ਨਾਲ ਮੱਧ ਉਂਗਲੀ ਦੇ ਨਾਲ ਜੇਕਰ ਅਸੀਂ ਡੀ ਟਾਈਪ ਕਰਦੇ ਹਾਂ ਤਾਂ ਦੱਦਾ ਟਾਈਪ ਕਰੇਗਾ, ਤੇ ਜੇਕਰ ਅਸੀਂ ਸ਼ਿਫਟ ਦੇ ਨਾਲ ਡੀ ਟਾਈਪ ਕਰਦੇ ਹਾਂ ਤਾਂ ਧੱਦਾ ਟਾਈਪ ਕਰੇਗਾ। ਉਸੇ ਤਰ੍ਹਾਂ ਨਾਲ ਇੰਡੈਕਸ ਉਂਗਲੀ ਦੇ ਨਾਲ ਜੇਕਰ ਅਸੀਂ ਐਫ ਟਾਈਪ ਕਰਦੇ ਹਾਂ ਤਾਂ ਉਹ ਡੱਡਾ ਟਾਈਪ ਕਰੇਗਾ, ਜੇਕਰ ਅਸੀਂ ਜੀ ਟਾਈਪ ਕਰਦੇ ਹਾਂ ਤਾਂ ਗੱਗਾ ਟਾਈਪ ਕਰੇਗਾ।
जेकर असी शिफ्ट की दे नाल F या G टाइप करते हैं तो वो टड्डा या घग्गा टाइप करेगा। उस तरह नाल सज्जे हत्थ दियां ਜਿਹੜੀਆਂ कीज़ है उस ਵਿੱਚ जेकर असी छोटी उंगली ਦੇ ਨਾਲ H टाइप करते हैं तो हाहा टाइप करेगा। जेकर असी शिफ्ट नाप के H टाइप करते हैं तो पैरों 'ਚ हाहा टाइप करेगा। उस तरह नाल रिंग उंगली ਦੇ ਨਾਲ जेकर असी J टाइप करते हैं तो जज्जा टाइप करेगा ਤੇ शिफ्ट ਦੇ ਨਾਲ ਉਹ ਝੱਜਾ टाइप करेगा। मध्य उंगली ਦੇ ਨਾਲ जेकर असी K टाइप करते हैं तो ਕੱਕਾ टाइप करेगा। शिफ्ट ਦੇ ਨਾਲ K टाइप करते हैं तो खक्खा टाइप करेगा। उस तरह नाल इंडेक्स उंगली ਦੇ ਨਾਲ जेकर असी L टाइप करते हैं तो लल्ला टाइप करेगा। सैमीकोलन टाइप करते हैं तो सैमीकोलन ही टाइप करेगा। उस तरह नाल जेकर असी L टाइप करांगे शिफ्ट ਦੇ ਨਾਲ तो लल्ले पैर बिंदी टाइप करेगा और शिफ्ट ਦੇ ਨਾਲ सैमीकोलन टाइप करांगे तो वो कोलन टाइप करेगा। उस तो बाद साडे कोल तीसरा प्रश्न है न्यूमेरिक कीपैड तो नंबर टाइप करने लिए किहड़े हत्थ की वरतों की जाती है। न्यूमेरिक कीपैड उत्ते ਉਂਗਲਾਂ ਦੀ स्थिति बारे दसो। सो न्यूमेरिक कीपैड तो अंक टाइप करने लिए टाइप करन समय सज्जे हत्थ की वरतों करनी चाहिए है। न्यूमेरिक कीपैड उत्ते ਉਂਗਲਾਂ ਦੀ स्थिति हेठ लिखे अनुसार हो सकती है। पहला है इंडेक्स ਉਂਗਲੀ की वरतों 1 4 ਅਤੇ 7 कीज़ की वरतों करने लिए की जाती है। मध्य ਉਂਗਲੀ की वरतों 2 5 ਅਤੇ 8 कीज़ की वरतों करने लिए की जाती है। उस तरह रिंग ਉਂਗਲੀ की वरतों 3 6 ਅਤੇ 9 कीज़ की वरतों करने लिए की जाती है। और छोटी ਉਂਗਲੀ की वरतों असी एंटर प्लस ਅਤੇ माइनस की की वरतों करने लिए करते हैं। उस तरह अंगूठे की वरतों 0 की वरतन लिए की जाती है। अगे साडे कोल वड्डे उत्तर वाले प्रश्न है। पहला प्रश्न असी टाइपिंग स्पीड नूं किवें वधा सकते हैं। सो टाइपिंग स्पीड ਵਧਾਉਣ ਦੇ तरीके हेठ लिखे अनुसार हैं। सब तो पहला है साडे हत्थ दी ਉਂਗਲਾਂ स्थिति हमेशा होम रो ते होनी चाहिए है। सानूं हमेशा इस रो तो ही शुरू करना चाहिए है और किसी भी रो के अक्षर टाइप करने तो बाद वापस इसे रो पर आना चाहिए है। सानूं होम रो पोजीशन तो होरना रोज़ दियां कीज़ तक पहुँच करनी चाहिए है। सानूं अपना ज़्यादा ध्यान रफ्तार नालों सही की दबाउण ते रखना चाहिए है। टाइपिंग करन दी रफ्तार समय ਅਤੇ ਅਭਿਆਸ ਨਾਲ ਆਪਣੇ ਆਪ ਵੱਧ ਜਾਵੇਗੀ। तीसरा पॉइंट टाइपिंग करते समय कीबोर्ड वाल ना देखो। चौथा पॉइंट लगातार आराम नाल ਅਤੇ सही टाइप करने वाल ध्यान दिओ। तो हरेक की ਨੂੰ ਦਬਾਉਂਦੇ ਹੋਏ ਸਾਨੂੰ ਉਹ ਅੱਖਰ ਆਪਣੇ ਮਨ ਵਿੱਚ ਦੁਹਰਾਉਣਾ ਚਾਹੀਦਾ ਹੈ। ਸੋ ਅੱਗੇ ਦੂਸਰਾ ਪ੍ਰਸ਼ਨ ਹੈ ਅਨਮੋਲ ਲਿਪੀ ਦਾ ਕੀ ਮੈਪ ਡਰਾ ਕਰੋ। ਸੋ ਜਿਵੇਂ ਕਿ ਤੁਸੀਂ ਹੇਠਾਂ ਚਿੱਤਰ ਵਿੱਚ ਦੇਖ ਪਾ ਰਹੇ ਹੋ, ਜਿਵੇਂ ਅਸੀਂ ਪਹਿਲਾਂ ਪੜ੍ਹਿਆ ਸੀਗਾ ਵੀ ਹੋਮ ਰੋ, ਦੂਜੀ ਰੋ, ਤੀਜੀ ਰੋ ਅਤੇ ਚੌਥੀ ਰੋ। ਇਸ ਤਰ੍ਹਾਂ ਨਾਲ ਤੁਸੀਂ ਆਪਣੀ ਕਾਪੀ ਦੇ ਵਿੱਚ ਇਸ ਅਨਮੋਲ ਲਿਪੀ ਕੀ ਮੈਪ ਨੂੰ ਡਰਾ ਕਰਕੇ ਹਰੇਕ ਅੱਖਰ 'ਤੇ ਕਿਹੜੇ ਅੱਖਰ ਨੇ ਉਹਨਾਂ ਨੂੰ ਤੁਸੀਂ ਯਾਦ ਕਰਕੇ ਅਨਮੋਲ ਲਿਪੀ ਦਾ ਜਿਹੜਾ ਕੀ ਮੈਪ ਹੈ ਉਸ ਨੂੰ ਯਾਦ ਕਰ ਸਕਦੇ ਹੋ ਅਤੇ ਪੰਜਾਬੀ ਵਿੱਚ ਤੁਸੀਂ ਮਹਾਰਤ ਜਿਹੜੀ ਹੈ ਟਾਈਪਿੰਗ ਦੀ ਉਹ ਹਾਸਲ ਕਰ ਸਕਦੇ ਹੋ। ਅੱਗੇ ਹੁਣ ਅਸੀਂ ਇੰਟਰਨੈਟ ਫੰਡਾਮੈਂਟਲ ਪਾਰਟ ਦਾ ਅਭਿਆਸ ਕਰ ਲੈਂਦੇ ਹਾਂ। ਤਾਂ ਭਰੋ ਪਹਿਲੀ ਖਾਲੀ ਥਾਂ ਹੈ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ARPANET, ਇੰਟਰਨੈਟ, ਇੰਟਰਾਨੈਟ ਜਾਂ ਈਥਰਨੈਟ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰ ਨੂੰ ਇੰਟਰਨੈਟ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ www ਦਾ ਮਤਲਬ ਹੈ ਤੇ ਸਾਡੇ ਕੋਲ ਇਸਦੇ ਆਪਸ਼ਨ ਹੈ ਵਰਲਡ ਵਾਈਡ ਵੈਬ, ਵਾਈਡ ਵਰਲਡ ਵੈਬ, ਵੈਬ ਵਰਲਡ ਵਾਈਡ, ਲਾਸਟ ਹੈ ਵਾਈਡ ਵੈਬ ਵਰਲਡ। ਸਾਡੇ ਕੋਲ ਸਹੀ ਉੱਤਰ ਹੈ www ਦਾ ਮਤਲਬ ਹੈ ਵਰਲਡ ਵਾਈਡ ਵੈਬ। ਅੱਗੇ ਸਾਡੇ ਕੋਲ ਤੀਸਰੀ ਖਾਲੀ ਥਾਂ ਹੈ ਡੈਸ਼ ਇੰਟਰਨੈਟ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਈ-ਕਮਰਸ, ਚੈਟਿੰਗ, ਵਰਲਡ ਵਾਈਡ ਵੈਬ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਦਾ ਸਹੀ ਉੱਤਰ ਹੈ ਚੈਟਿੰਗ ਇੰਟਰਨੈਟ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ਡੈਸ਼ ਹੁੰਦਾ ਹੈ। ਤਾਂ ਸਾਡੇ ਕੋਲ ਦੇ ਆਪਸ਼ਨ ਹੈ ਟੈਲੀਗ੍ਰਾਮ, ਚਿੱਠੀਆਂ, ISP ਜਾਂ ਈਮੇਲ। ਸਾਡੇ ਕੋਲ ਦਾ ਸਹੀ ਉੱਤਰ ਹੈ ਈਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ਈਮੇਲ ਹੁੰਦਾ ਹੈ। ਅੱਗੇ ਸਾਡੇ ਕੋਲ ਪੰਜਵੀਂ ਖਾਲੀ ਥਾਂ ਹੈ ਡੈਸ਼ ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਮੋਡਮ, ਟੈਲੀਫੋਨ ਤਾਰ, ਮਾਊਸ ਜਾਂ ਮੋਬਾਈਲ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਮੋਡਮ ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ। ਅੱਗੇ ਸਾਡੇ ਕੋਲ ਪੂਰੇ ਰੂਪ ਲਿਖੋ www ਜਿਸਦਾ ਪੂਰਾ ਨਾਮ ਹੈ ਵਰਲਡ ਵਾਈਡ ਵੈਬ। ਉਸ ਤੋਂ ਅਗਲਾ ਹੈ ਈਮੇਲ, ਈਮੇਲ ਦਾ ਪੂਰਾ ਨਾਮ ਹੁੰਦਾ ਵਾ ਇਲੈਕਟ੍ਰੋਨਿਕ ਮੇਲ। ਤੀਸਰਾ ਹੈ ਮੋਡਮ, ਮੋਡਮ ਦਾ ਪੂਰਾ ਨਾਮ ਹੁੰਦਾ ਮੋਡੂਲੇਟਰ
ਡੀਮੋਡੂਲੇਟਰ। चौथा है ARPANET। ARPANET का पूरा नाम है एडवांस रिसर्च प्रोजेक्ट एजेंसी नेटवर्क। पंजवां है ISDN, इसकी फुल फॉर्म है इंटीग्रेटेड सर्विसेज डिजिटल नेटवर्क। छेवां है DSL। DSL का पूरा नाम होंगे डिजिटल सबसक्राइबर लाइन। उस तो बाद हम असीं छोटे उत्तर वाले प्रश्न पढ़ांगे। पहला प्रश्न है इंटरनेट की है। सो इंटरनेट का मतलब है इंटरनेशनल नैटवर्क ऑफ कंप्यूटर। जो दो या दो तो ज़्यादा कंप्यूटर आपस में किसी माध्यम राही जुड़ते हैं तो एक नैटवर्क बनता है। इंटरनेट नैटवर्कों का एक विशाल नैटवर्क है जो संसार में फैले हुए ਲੱਖਾਂ कंप्यूटर तो बनया है। इंटरनेट एक माउस के क्लिक करन नाल ही किसी भी तरह की सूचना को शेयर करने की आग्ञा दिंदा है। दूसरा प्रश्न है इंटरनेट सर्विस प्रोवाइडर दी कुछ उदाहरण दिओ। सो इंटरनेट सर्विस प्रोवाइडर दी कुछ उदाहरण साडे कोल हेठ लिखे अनुसार हैं, जिवें जियो, BSNL, एयरटेल, आइडिया, वोडाफोन आदि। तीसरा प्रश्न है ई कमर्स तो तुसीं की समझते हो। सो ई कमर्स इंटरनेट की बहुत ही महत्वपूर्ण सुविधा है। ई कमर्स का मतलब किसी भी व्यापार नूं समय अते दूरी दीआं सीमावां तो हट के व्यापार करन की योग्यता है। माउस के एक क्लिक नाल ग्राहक कोई भी खरीदारी किसी भी समय दिन या रात घर बैठे ही ऑनलाइन खरीद सकता है। चौथा प्रश्न है वैब ब्राउजिंग की हुंदी है। वैब ब्राउजिंग वैब उत्ते जानकारी लभण की प्रक्रिया है। किसी जानकारी की भाल करने लई एक वैब पेज तो दूजे वैब पेज पर जाना या किसी एक वैबसाइट तो दूजी वैबसाइट उपर जाण नूं वैब ब्राउजिंग कहा जाता है। सो किसी जानकारी लभण अते वेखण लई साडे कोल वख-वख सर्च इंजन जिवें कि गूगल, बिंग, याहू, अल्टाविस्टा आदि की वरतों भी की जा सकती है। अगे साडे कोल वड्डे प्रश्न है मॉडम की है, इसकी किस्मां अते रफ्तार संबंधी जानकारी दिओ। सो मॉडम का पूरा नाम मॉडूलेटर तो डीमॉडूलेटर होंदा है। मॉडम एक अजिहा यंत्र है जिसकी वरतों टैलीफोन या केबल दी लाइनां राही एक कंप्यूटर तो दूजे कंप्यूटर विचकार डाटे का संचार करने लई वरतिया जाता है। कंप्यूटर में सूचना डिजिटल रूप में स्टोर होंदी है, जबकि टैलीफोन लाइनां राही डाटे नूं एनालॉग सिग्नल के रूप में भेजिया जाता है। ਅਤੇ ਮੋਡਮ डिजिटल सिग्नल ਨੂੰ एनालॉग सिग्नल ਵਿੱਚ ਅਤੇ एनालॉग सिग्नल ਨੂੰ डिजिटल सिग्नल ਵਿੱਚ ਤਬਦੀਲ ਕਰਦਾ ਹੈ। ਮੋਡਮ ਦੇ ਕਿਸਮ ਅਨੁਸਾਰ ਇਹਨਾਂ ਦੀ ਰਫ਼ਤਾਰ ਵੀ ਵੱਖ-ਵੱਖ ਹੁੰਦੀ ਹੈ। ਧੀਮੀ ਰਫ਼ਤਾਰ ਦੇ ਮੋਡਮ ਡਾਟਾ ਟ੍ਰਾਂਸਫਰ ਕਰਨ ਵਿੱਚ ਜ਼ਿਆਦਾ ਅਤੇ ਤੇਜ਼ ਰਫ਼ਤਾਰ ਮੋਡਮ ਡਾਟਾ ਟ੍ਰਾਂਸਫਰ ਕਰਨ ਵਿੱਚ ਘੱਟ ਸਮਾਂ ਲਗਾਉਂਦੇ ਹਨ। ਇੰਟਰਨੈਟ ਸਰਫਿੰਗ ਲਈ ਵਰਤੇ ਜਾਣ ਵਾਲੇ ਮੋਡਮ ਦੀ ਸਪੀਡ ਘੱਟ ਤੋਂ ਘੱਟ 56 kbps ਹੋਣੀ ਚਾਹੀਦੀ ਹੈ। ਮੋਡਮ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਜਿਵੇਂ ਕਿ ਪਹਿਲਾ ਹੈ ਬਾਹਰੀ ਮੋਡਮ। ਬਾਹਰੀ ਮੋਡਮ ਨੂੰ ਕੰਪਿਊਟਰ ਨਾਲ ਵੱਖਰੇ ਤੌਰ ਤੇ ਜੋੜਿਆ ਜਾਂਦਾ ਹੈ ਤੇ ਇਹਨਾਂ ਦੀ ਕੰਪਿਊਟਰ ਨਾਲ ਕਿਸੇ ਕੇਬਲ ਦੀ ਸਹਾਇਤਾ ਨਾਲ ਇਸ ਨੂੰ ਜੋੜਿਆ ਜਾਂਦਾ ਹੈ। ਦੂਸਰਾ ਹੈ ਅੰਦਰੂਨੀ ਮੋਡਮ। ਅੰਦਰੂਨੀ ਮੋਡਮ ਕੰਪਿਊਟਰ ਜਾਂ ਲੈਪਟਾਪ ਦੇ ਅੰਦਰ ਹੀ ਜੋੜੇ ਜਾਂਦੇ ਹਨ। ਇੱਕ ਪਲੱਗ ਦੀ ਮਦਦ ਨਾਲ ਟੈਲੀਫੋਨ ਤਾਰ ਜਾਂ ਕੇਬਲ ਨੂੰ ਮੋਡਮ ਤੱਕ ਪਹੁੰਚਾਇਆ ਜਾਂਦਾ ਹੈ। ਦੂਸਰਾ ਪ੍ਰਸ਼ਨ ਹੈ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵਰਣਨ ਕਰੋ। जिस में साढ़े को पहली सहूलत दुनिया भर दी खबरों तो जानकारी। इंटरनेट सानू कई ऑनलाइन अखबारों तो खबर पढ़ने की आगे दिंदा है। असी दुनिया में रोजाना होने वाली घटनावां संबंधी जानकारी भी प्राप्त कर सकते हैं। दूसरा है कला ते मनोरंजन। इंटरनेट राही असी कई तरह के सॉफ्टवेयर खरीद डाउनलोड कर सकते हैं, जिवें कि गेम, गाने, फिल्मां, कहानियां आदि। तीसरा पॉइंट ऑनलाइन शॉपिंग। इस दी वरतों नाल असी कई तरह दी चीज़ां जिवें कि किताबां, कपड़े, गिफ्ट आदि दुनिया में कितने भी बिना उस दुकान पर गए ही ई शॉपिंग राही खरीद सकते हैं। चौथा पॉइंट है चिट्ठियां भेजना। सो ईमेल की वरतों नाल असीं संदेश भेज ते प्राप्त कर सकते हैं। इस तो इलावा कोई भी तस्वीर, वीडियो ते आवाज़ भी संसार विच किसी नूं भी किसी भी समय भेज सकते हैं। पंजवां है सेहत अते तंदुरुस्ती। सेहत अते तंदुरुस्ती बारे जानकारी हासिल करने लई भी इंटरनेट की वरतों कर सकते हैं। इस दी मदद नाल असीं किसी भी बीमारी नूं ठीक करने लई सावधानियां अते उपाय संबंधी जानकारी भी प्राप्त कर सकते हैं। छेवां है चैटिंग। चैटिंग की वरतों करते हुए असी दुनिया में किसी भी व्यक्ति नाल लिखती संदेश राही गलबात कर सकते हैं। सतवां पॉइंट है बैंकिंग सेवावां। सो इंटरनेट की वरतों करते हुए बैंकों नाल संबंधित काम घर बैठे ही इंटरनेट बैंकिंग की सहायता नाल कर सकते हैं। सो अगे साडे कोल तीजा प्रश्न है ईमेल की है ਅਤੇ ईमेल की वरतों के लाभ लिखो। सो ईमेल का पूरा नाम इलैक्ट्रॉनिक मेल है। ईमेल की वरतों नाल असीं सुनेहा भेज ਅਤੇ प्राप्त कर सकते हैं। टैक्सट, वीडियो, ऑडियो ਅਤੇ ਹੋਰ ਫਾਈਲਾਂ ਨੂੰ ਵੀ ਇਸ ਰਾਹੀਂ ਭੇਜਿਆ ਜਾ ਸਕਦਾ ਹੈ।
ਅੱਜ ਦੇ ਸਮੇਂ ਵਿੱਚ ਈਮੇਲ ਇੰਟਰਨੈਟ ਦੀ ਸਭ ਤੋਂ ਵੱਧ ਮਸ਼ਹੂਰ ਸੇਵਾਵਾਂ ਵਿੱਚੋਂ ਇੱਕ ਜਾਣੀ ਜਾਂਦੀ ਹੈ। ਸੋ ਇੰਟਰਨੈਟ ਤੇ ਈਮੇਲ ਸੇਵਾ ਹਰ ਰੋਜ਼ ਲਗਭਗ 247 ਬਿਲੀਅਨ ਈਮੇਲਾਂ ਨੂੰ ਸੰਭਾਲਦੀ ਹੈ। ਸੋ ਹੁਣ ਅਸੀਂ ਈਮੇਲ ਦੇ ਲਾਭ ਬਾਰੇ ਜਾਣ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਇਸ ਦਾ ਲਾਭ ਹੈ ਖਰਚ। ਇੰਟਰਨੈਟ ਦੀ ਵਰਤੋਂ ਲਈ ਦਿੱਤੀ ਜਾਣ ਵਾਲੀ ਰਕਮ ਤੋਂ ਇਲਾਵਾ ਈਮੇਲ ਦੀ ਵਰਤੋਂ ਲਈ ਹੋਰ ਕੁਝ ਵੀ ਵਾਧੂ ਖਰਚ ਨਹੀਂ ਕਰਨਾ ਪੈਂਦਾ। ਯੂਜ਼ਰ ਦਾ ਡਾਕ ਟਿਕਟਾਂ ਦਾ ਵੀ ਇਸ ਵਿੱਚ ਕੋਈ ਖਰਚ ਨਹੀਂ ਹੁੰਦਾ। ਦੂਸਰਾ ਸਾਡੇ ਕੋਲ ਰਫ਼ਤਾਰ। ਈਮੇਲ ਦੀ ਰਫ਼ਤਾਰ ਸਾਡੇ ਦੂਜੇ ਚਿੱਠੀ ਪੱਤਰ ਵਿਹਾਰ ਨਾਲੋਂ ਵੱਧ ਹੁੰਦੀ ਹੈ। ਈਮੇਲ ਸੰਦੇਸ਼ ਆਪਣੀ ਮੰਜ਼ਿਲ ਉੱਤੇ ਕੁਝ ਕੁ ਮਿੰਟਾਂ ਸਕਿੰਟਾਂ ਵਿੱਚ ਪਹੁੰਚ ਜਾਂਦੇ ਹਨ। ਤੀਸਰਾ ਇਸ ਦਾ ਲਾਭ ਹੈ ਸਹੂਲਤ। ਕੰਪਿਊਟਰ ਯੂਜ਼ਰ ਸੰਦੇਸ਼ ਨੂੰ ਆਪਣੇ ਕੰਪਿਊਟਰ ਤੋਂ ਟਾਈਪ ਕਰਦੇ ਹਨ ਅਤੇ ਫਿਰ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਸਮੇਂ ਈਮੇਲ ਕਰ ਦਿੰਦੇ ਹਨ। ਚੌਥਾ ਹੈ ਈ-ਕਮਰਸ। ਈ-ਕਮਰਸ ਇੰਟਰਨੈਟ ਦੀ ਬਹੁਤ ਹੀ ਮਹੱਤਵਪੂਰਨ ਸੁਵਿਧਾ ਹੈ। ਈ-ਕਮਰਸ ਦਾ ਮਤਲਬ ਕਿਸੇ ਵੀ ਵਪਾਰ ਨੂੰ ਸਮੇਂ ਅਤੇ ਦੂਰੀ ਦੀਆਂ ਸੇਵਾਵਾਂ ਤੋਂ ਹਟ ਕੇ ਵਪਾਰ ਕਰਨ ਦੀ ਯੋਗਤਾ ਹੈ। ਮਾਊਸ ਦੇ ਇੱਕ ਕਲਿੱਕ ਨਾਲ ਗ੍ਰਾਹਕ ਕੋਈ ਵੀ ਖਰੀਦਦਾਰੀ ਕਿਸੇ ਵੀ ਸਮੇਂ ਦਿਨ ਜਾਂ ਰਾਤ ਘਰ ਬੈਠੇ ਹੀ ਆਨਲਾਈਨ ਖਰੀਦ ਸਕਦਾ ਹੈ। ਪੰਜਵਾਂ ਹੈ ਸੋਸ਼ਲ ਨੈਟਵਰਕਿੰਗ ਸਾਈਟ। ਹਰੇਕ ਸੋਸ਼ਲ ਨੈਟਵਰਕਿੰਗ ਸਾਈਟ ਵੈਬਸਾਈਟ ਵਿੱਚ ਆਪਣਾ ਨਿੱਜੀ ਖਾਤਾ ਖੋਲ੍ਹਣ ਲਈ ਈਮੇਲ ਆਈਡੀ ਦੀ ਲੋੜ ਹੁੰਦੀ ਹੈ, ਜਿਸ ਦੀ ਥਾਂ ਅਸੀਂ ਆਪਣੀ ਪਹਿਲਾਂ ਤੋਂ ਬਣੀ ਈਮੇਲ ਅਕਾਊਂਟ ਆਈਡੀ ਦੀ ਵਰਤੋਂ ਕਰਕੇ ਆਪਣਾ ਖਾਤਾ ਵਰਤ ਸਕਦੇ ਹਾਂ। ਸੋ ਅਗਲਾ ਪ੍ਰਸ਼ਨ ਸਾਡੇ ਕੋਲ ਵਰਲਡ ਵਾਈਡ ਵੈਬ ਉੱਪਰ ਨੋਟ ਲਿਖੋ। ਸੋ ਵਰਲਡ ਵਾਈਡ ਵੈਬ ਜਾਣਕਾਰੀ ਦਾ ਸੰਗ੍ਰਹਿ ਹੈ ਜਿਸ ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾਂਦੀ ਹੈ। ਵਰਲਡ ਵਾਈਡ ਵੈਬ ਉੱਪਰ ਸਟੋਰ ਸੂਚਨਾ ਨੂੰ ਵੈਬ ਬਰਾਊਜ਼ਰ ਦੀ ਸਹਾਇਤਾ ਨਾਲ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਵੈਬ ਵਿੱਚ ਸਾਰੀਆਂ ਪਬਲਿਕ ਵੈਬਸਾਈਟਾਂ ਜੁੜੀਆਂ ਹੁੰਦੀਆਂ ਹਨ ਜੋ ਕਿ ਪੂਰੀ ਦੁਨੀਆ ਵਿੱਚ ਇੰਟਰਨੈਟ ਨਾਲ ਜੁੜੀਆਂ ਹੁੰਦੀਆਂ ਹਨ। ਵੈਬਸਾਈਟ ਜਾਂ ਪੇਜ ਦੀ ਪਛਾਣ ਲਈ ਉਸ ਨੂੰ ਇੱਕ ਵਿਲੱਖਣ ਐਡਰੈਸ ਦਿੱਤਾ ਜਾਂਦਾ ਹੈ ਜਿਸ ਨੂੰ ਯੂਨੀਫਾਰਮ ਰਿਸੋਰਸ ਲੋਕੇਟਰ ਜਾਂ URL ਕਿਹਾ ਜਾਂਦਾ ਹੈ। ਵਰਲਡ ਵਾਈਡ ਵੈਬ ਬਹੁਤ ਸਾਰੀਆਂ ਵੈਬਸਾਈਟਾਂ ਦਾ ਸਮੂਹ ਹੁੰਦਾ ਹੈ ਜਿਸ ਵਿੱਚ ਈਮੇਲ, ਮੇਲਿੰਗ ਲਿਸਟ, ਨਿਊਜ਼ ਗਰੁੱਪ ਆਦਿ ਸ਼ਾਮਲ ਹੁੰਦੇ ਹਨ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਇੰਟਰਨੈਟ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਮੁੱਖ ਸੇਵਾਵਾਂ ਦਾ ਵਰਣਨ ਕਰੋ। ਸੋ ਇੰਟਰਨੈਟ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਮੁੱਖ ਸੇਵਾਵਾਂ ਹੇਠ ਲਿਖੀਆਂ ਅਨੁਸਾਰ ਹਨ, ਜਿਸ ਵਿੱਚ ਪਹਿਲੀ ਹੈ ਵਰਲਡ ਵਾਈਡ ਵੈਬ। ਸੋ ਵਰਲਡ ਵਾਈਡ ਵੈਬ ਜਾਣਕਾਰੀ ਦਾ ਸੰਗ੍ਰਹਿ ਹੈ ਜਿਸ ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾਂਦੀ ਹੈ। ਵਰਲਡ ਵਾਈਡ ਵੈਬ ਉੱਪਰ ਸਟੋਰ ਸੂਚਨਾ ਨੂੰ ਵੈਬ ਬਰਾਊਜ਼ਰ ਦੀ ਸਹਾਇਤਾ ਨਾਲ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਵੈਬ ਵਿੱਚ ਸਾਰੀਆਂ ਪਬਲਿਕ ਵੈਬਸਾਈਟਾਂ ਜੁੜੀਆਂ ਹੁੰਦੀਆਂ ਹਨ ਜੋ ਕਿ ਪੂਰੀ ਦੁਨੀਆ ਵਿੱਚ ਇੰਟਰਨੈਟ ਨਾਲ ਜੁੜੀਆਂ ਹੁੰਦੀਆਂ ਹਨ। ਵੈਬਸਾਈਟ ਜਾਂ ਪੇਜ ਦੀ ਪਛਾਣ ਲਈ ਉਸ ਨੂੰ ਇੱਕ ਵਿਲੱਖਣ ਐਡਰੈਸ ਦਿੱਤਾ ਜਾਂਦਾ ਹੈ ਜਿਸ ਨੂੰ URL ਜਾਂ ਯੂਨੀਫਾਰਮ ਰਿਸੋਰਸ ਲੋਕੇਟਰ ਕਿਹਾ ਜਾਂਦਾ ਹੈ। ਵਰਲਡ ਵਾਈਡ ਵੈਬ ਬਹੁਤ ਸਾਰੀਆਂ ਵੈਬਸਾਈਟਾਂ ਦਾ ਸਮੂਹ ਹੁੰਦਾ ਹੈ ਜਿਸ ਵਿੱਚ ਈਮੇਲ, ਮੇਲਿੰਗ ਲਿਸਟ, ਨਿਊਜ਼ ਗਰੁੱਪ ਆਦਿ ਸ਼ਾਮਲ ਹੁੰਦੇ ਹਨ। ਦੂਸਰਾ ਪੁਆਇੰਟ ਹੈ ਈਮੇਲ। ਈਮੇਲ ਦਾ ਪੂਰਾ ਨਾਮ ਇਲੈਕਟ੍ਰੋਨਿਕ ਮੇਲ ਹੈ। ਈਮੇਲ ਦੀ ਵਰਤੋਂ ਨਾਲ ਅਸੀਂ ਸੁਨੇਹਾ ਭੇਜ ਜਾਂ ਪ੍ਰਾਪਤ ਕਰ ਸਕਦੇ ਹਾਂ। ਟੈਕਸਟ, ਵੀਡੀਓ, ਆਡੀਓ ਅਤੇ ਹੋਰ ਫਾਈਲਾਂ ਨੂੰ ਵੀ ਇਸ ਰਾਹੀਂ ਭੇਜਿਆ ਜਾ ਸਕਦਾ ਹੈ। ਅੱਜ ਦੇ ਸਮੇਂ ਈਮੇਲ ਇੰਟਰਨੈਟ ਦੀ ਸਭ ਤੋਂ ਵੱਧ ਮਸ਼ਹੂਰ ਸੇਵਾ ਵਜੋਂ ਜਾਣੀ ਜਾਂਦੀ ਹੈ। ਇੰਟਰਨੈਟ ਤੇ ਈਮੇਲ ਸੇਵਾ ਹਰ ਰੋਜ਼ ਲਗਭਗ 247 ਬਿਲੀਅਨ ਈਮੇਲਾਂ ਨੂੰ ਸੰਭਾਲਦੀ ਹੈ। ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਨਾਲ ਜਾਣ ਪਛਾਣ ਪਾਠ ਦਾ ਅਭਿਆਸ ਕਰ ਲੈਂਦੇ, ਜਿਸ ਸਭ ਤੋਂ ਪਹਿਲਾਂ ਸਾਡੇ ਕੋਲ ਖਾਲੀ ਥਾਂ ਭਰੋ। ਸੋ ਪਹਿਲੀ ਖਾਲੀ ਥਾਂ ਜਾਂ ਡੈਸ਼ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ ਅਪਲੋਡਿੰਗ, ਡਾਊਨਲੋਡਿੰਗ, ਸਰਫਿੰਗ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਾਡੇ ਕੋਲ ਇਸਦਾ ਸਹੀ ਉੱਤਰ ਹੈ ਡਾਊਨਲੋਡਿੰਗ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ। ਦੂਸਰੀ ਖਾਲੀ ਥਾਂ ਹੈ ਵੈਬਸਾਈਟਾਂ ਨੂੰ ਖੋਲ੍ਹਣ ਸਮੇਂ ਉਸ ਵੈਬਸਾਈਟ ਦਾ ਜੋ ਸਭ ਤੋਂ ਪਹਿਲਾ ਵੈਬ ਪੇਜ ਖੁੱਲ੍ਹਦਾ ਹੈ ਉਸ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਹੋਮ ਪੇਜ, ਵੈਬ ਪੇਜ, ਮੇਨ ਪੇਜ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਵੈਬਸਾਈਟਾਂ ਨੂੰ ਖੋਲ੍ਹਣ ਸਮੇਂ ਉਸ ਵੈਬਸਾਈਟ ਦਾ ਜੋ ਸਭ ਤੋਂ ਪਹਿਲਾ ਵੈਬ ਪੇਜ ਖੁੱਲ੍ਹਦਾ ਹੈ ਉਸ ਨੂੰ ਹੋਮ ਪੇਜ ਕਿਹਾ ਜਾਂਦਾ ਹੈ। ਤੀਸਰੀ ਖਾਲੀ ਥਾਂ ਡੈਸ਼ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ। ਤਾਂ ਸਾਡੇ ਕੋਲ ਇਹਦੇ ਆਪਸ਼ਨ ਹੈ ਆਫਲਾਈਨ, ਆਨਲਾਈਨ, ਇਨਲਾਈਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਾਡੇ ਕੋਲ ਦਾ ਸਹੀ ਉੱਤਰ ਹੈ ਆਨਲਾਈਨ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਡੈਸ਼ ਤੋਂ ਭਾਵ ਹੈ ਕਿ ਇੰਟਰਨੈਟ ਤੇ ਆਪਣੀ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈਬ ਪੇਜ ਤੋਂ ਦੂਜੇ ਵੈਬ ਪੇਜ ਤੇ ਜਾਂ ਇੱਕ ਵੈਬਸਾਈਟ ਤੋਂ ਦੂਜੇ ਵੈਬਸਾਈਟ ਤੇ ਜਾਣਾ। ਸਾਡੇ ਕੋਲ ਇਹਦੇ ਆਪਸ਼ਨ ਹੈ ਵੈਬ ਸਰਫਿੰਗ, ਵੈਬ ਸਰਚਿੰਗ, ਡਾਊਨਲੋਡਿੰਗ ਜਾਂ ਉਪਰੋਕਤ ਸਾਰੇ। ਸਾਡੇ ਕੋਲ ਸਹੀ ਉੱਤਰ ਹੈ ਵੈਬ ਸਰਫਿੰਗ ਤੋਂ ਭਾਵ ਹੈ ਇੰਟਰਨੈਟ ਤੇ ਆਪਣੇ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈਬ ਪੇਜ ਤੋਂ ਦੂਜੇ ਵੈਬ ਪੇਜ ਤੇ ਜਾਂ ਇੱਕ ਵੈਬਸਾਈਟ ਤੋਂ ਦੂਜੇ ਵੈਬਸਾਈਟ ਤੇ ਜਾਣਾ।
ਪੰਜਵੀਂ ਖਾਲੀ ਥਾਂ ਹੈ ਡੈਸ਼ ਇੱਕ ਇਲੈਕਟ੍ਰੋਨਿਕ ਕਮਰਸ ਜਾਂ ਵਪਾਰ ਕਰਨ ਦਾ ਤਰੀਕਾ ਹੈ ਜੋ ਕਿ ਯੂਜ਼ਰ ਨੂੰ ਇੰਟਰਨੈਟ ਤੇ ਵੈਬ ਬਰਾਊਜ਼ਰ ਦੀ ਵਰਤੋਂ ਕਰਦੇ ਹੋਏ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਈ ਕਮਰਸ, ਈਮੇਲ, ਈ ਗਵਰਨੈਂਸ ਜਾਂ ਮੋਡਮ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਈ ਕਮਰਸ ਇਲੈਕਟ੍ਰੋਨਿਕ ਕਮਰਸ ਜਾਂ ਵਪਾਰ ਕਰਨ ਦਾ ਤਰੀਕਾ ਹੈ ਜੋ ਕਿ ਯੂਜ਼ਰ ਨੂੰ ਇੰਟਰਨੈਟ ਤੇ ਵੈਬ ਬਰਾਊਜ਼ਰ ਦੀ ਵਰਤੋਂ ਕਰਦੇ ਹੋਏ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਅੱਗੇ ਸਾਡੇ ਕੋਲ ਸਹੀ ਗਲਤ ਹੈ। ਪਹਿਲਾਂ ਸਾਡੇ ਕੋਲ ਸਹੀ ਗਲਤ ਹੈ ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਦੇਖਿਆ ਜਾ ਸਕਦਾ ਹੈ, ਸਹੀ। ਦੂਸਰਾ ਹੈ ਆਫਲਾਈਨ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ, ਤੇ ਸਾਡੇ ਕੋਲ ਕੀ ਹੈ ਗਲਤ। ਤੀਸਰਾ ਹੈ ਵੈਬਸਾਈਟ ਵਿੱਚ ਕੇਵਲ ਇੱਕ ਹੀ ਵੈਬ ਪੇਜ ਹੁੰਦਾ ਹੈ, ਗਲਤ। ਚੌਥਾ ਸਾਡੇ ਕੋਲ ਹੈ ਵੈਬ ਸਰਚ ਵੈਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ, ਸਹੀ। ਅਗਲਾ ਸਾਡੇ ਕੋਲ ਹੈ ਵੈਬਸਾਈਟ ਦਾ ਆਪਣਾ ਇੱਕ ਵਿਲੱਖਣ ਵੈਬ ਐਡਰੈਸ ਹੁੰਦਾ ਹੈ, ਸਹੀ। ਉਸ ਤੋਂ ਬਾਅਦ ਹੁਣ ਅਸੀਂ ਛੋਟੇ ਉੱਤਰ ਵਾਲੇ ਪ੍ਰਸ਼ਨ ਪੜ੍ਹ ਲੈਂਦੇ ਹਾਂ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਇਨਫੋਰਮੇਸ਼ਨ ਟੈਕਨੋਲੋਜੀ ਜਾਂ ਸੂਚਨਾ ਤਕਨੀਕ ਕੀ ਹੈ। ਸੋ ਇਨਫੋਰਮੇਸ਼ਨ ਟੈਕਨੋਲੋਜੀ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਨਾਲ ਸੰਬੰਧਿਤ ਟੈਕਨੋਲੋਜੀ ਹੈ। ਇਸ ਨੂੰ IT ਯਾਨੀ ਕਿ ਇਨਫੋਰਮੇਸ਼ਨ ਟੈਕਨੋਲੋਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਵਰਤੋਂ ਸੂਚਨਾਵਾਂ ਨੂੰ ਪ੍ਰੋਸੈਸ ਕਰਨ, ਸਟੋਰ ਕਰਨ ਅਤੇ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦਾ ਵੱਡਾ ਯੋਗਦਾਨ ਹੁੰਦਾ ਹੈ। ਇਹ ਸਾਡੀ ਜੀਵਨ ਸ਼ੈਲੀ, ਸਿੱਖਣ, ਖੇਡਣ ਅਤੇ ਕੰਮ ਕਰਨ ਦਾ ਤਰੀਕਾ ਬਦਲ ਰਹੀ ਹੈ। ਦੂਸਰਾ ਪ੍ਰਸ਼ਨ ਹੈ ਵੈਬਸਾਈਟ ਕੀ ਹੁੰਦੀ ਹੈ। ਸੋ ਇੱਕ ਹੀ ਡੋਮੇਨ ਨਾਲ ਸੰਬੰਧਿਤ ਇੱਕ ਜਾਂ ਇੱਕ ਤੋਂ ਵੱਧ ਵੈਬ ਪੇਜਾਂ ਦੇ ਸਮੂਹ ਨੂੰ ਵੈਬਸਾਈਟ ਕਿਹਾ ਜਾਂਦਾ ਹੈ। ਵੈਬਸਾਈਟ ਦੇ ਪੇਜ ਆਪਸ ਵਿੱਚ ਹਾਈਪਰਲਿੰਕਾਂ ਦੀ ਮਦਦ ਨਾਲ ਲਿੰਕ ਕੀਤੇ ਜਾਂਦੇ ਹਨ। ਹਰੇਕ ਵੈਬ ਪੇਜ ਦਾ ਇੱਕ ਵਿਲੱਖਣ ਐਡਰੈਸ ਹੁੰਦਾ ਹੈ ਜਿਸ ਨੂੰ URL ਯਾਨੀ ਕਿ ਯੂਨੀਫਾਰਮ ਰਿਸੋਰਸ ਲੋਕੇਟਰ ਕਿਹਾ ਜਾਂਦਾ ਹੈ। ਵੈਬਸਾਈਟਾਂ ਵਿਚਲੀ ਜਾਣਕਾਰੀ ਦੇਖਣ ਲਈ ਵੈਬ ਬਰਾਊਜ਼ਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਵੈਬ ਸਰਚਿੰਗ ਕੀ ਹੁੰਦੀ ਹੈ। ਸੋ ਸਰਚਿੰਗ ਦਾ ਮਤਲਬ ਹੁੰਦਾ ਹੈ ਕੁਝ ਲੱਭਣਾ। ਵੈਬ ਸਰਚਿੰਗ ਵੈਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ। ਵੈਬ ਸਰਚ ਇੰਜਨ ਉਹ ਸਿਸਟਮ ਹੈ ਜੋ ਇੱਕੋ ਜਿਹੇ ਵੈਬ ਪੇਜਾਂ ਨੂੰ ਇੱਕ ਜਗ੍ਹਾ 'ਤੇ ਇਕੱਠਾ ਕਰਕੇ ਰੱਖਦਾ ਹੈ। ਸੋ ਵੈਬ ਸਰਚ ਇੰਜਨ ਦੀਆਂ ਕੁਝ ਉਦਾਹਰਨਾਂ ਹਨ ਗੂਗਲ, ਯਾਹੂ, ਬਿੰਗ, ਅਲਟਾ ਵਿਸਟਾ। ਇਹ ਸਰਚ ਇੰਜਨ ਸਾਨੂੰ ਸੰਬੰਧਿਤ ਵੈਬ ਪੇਜਾਂ ਦੇ ਹਾਈਪਰਲਿੰਕ ਦੀ ਇੱਕ ਸੂਚੀ ਦਿਖਾਉਂਦਾ ਹੈ। ਇਸ ਸੂਚੀ ਵਿੱਚ 100 ਜਾਂ ਇਸ ਤੋਂ ਵੱਧ ਹਾਈਪਰਲਿੰਕ ਹੋ ਸਕਦੇ ਹਨ। ਇਸ ਸੂਚੀ ਨੂੰ ਕਈ ਸਰਚ ਇੰਜਨ ਰਿਜ਼ਲਟ ਪੇਜ ਵਿੱਚ ਵੰਡਿਆ ਜਾਂਦਾ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਆਨਲਾਈਨ ਅਤੇ ਆਫਲਾਈਨ ਬਾਰੇ ਦੱਸੋ। ਸਭ ਤੋਂ ਪਹਿਲਾਂ ਅਸੀਂ ਆਨਲਾਈਨ ਬਾਰੇ ਜਾਣ ਲੈਂਦੇ ਹਾਂ। ਆਨਲਾਈਨ ਤੋਂ ਭਾਵ ਹੈ ਇੰਟਰਨੈਟ ਨਾਲ ਜੁੜਨਾ ਜਾਂ ਨੈਟਵਰਕ ਤੱਕ ਪਹੁੰਚ ਕਰਨੀ। ਆਨਲਾਈਨ ਰਾਹੀਂ ਅਸੀਂ ਨੈਟਵਰਕ ਵਿੱਚ ਮੌਜੂਦ ਫਾਈਲਾਂ ਜਾਂ ਪ੍ਰੋਗਰਾਮ ਦੇ ਕੰਮ ਕਰਦੇ ਹਾਂ ਜੋ ਕਿ ਕਿਸੇ ਸਰਵਰ ਜਾਂ ਵੈਬਸਾਈਟ ਵਿੱਚ ਸਟੋਰ ਕੀਤੇ ਗਏ ਹੋਣ। ਦੂਸਰਾ ਹੈ ਆਫਲਾਈਨ। ਆਫਲਾਈਨ ਤੋਂ ਭਾਵ ਹੈ ਇੰਟਰਨੈਟ ਨਾਲ ਨਾ ਜੁੜੇ ਹੋਏ ਹੋਣਾ ਜਾਂ ਨੈਟਵਰਕ ਤੱਕ ਪਹੁੰਚ ਨਾ ਕਰ ਪਾਉਣਾ। ਆਫਲਾਈਨ ਵਿੱਚ ਅਸੀਂ ਸਿਰਫ ਉਹਨਾਂ ਫਾਈਲਾਂ ਜਾਂ ਪ੍ਰੋਗਰਾਮਾਂ ਵਿੱਚ ਕੰਮ ਕਰ ਸਕਦੇ ਹਾਂ ਜੋ ਸਾਡੇ ਕੰਪਿਊਟਰ ਵਿੱਚ ਮੌਜੂਦ ਹੋਵੇ। ਅੱਗੇ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ। ਇਸ ਵਿੱਚ ਪਹਿਲਾ ਪ੍ਰਸ਼ਨ ਹੈ ਇਨਫੋਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਦੀ ਵਿਆਖਿਆ ਕਰੋ। ਸੋ ਇਸ ਵਿੱਚ ਸਾਡੇ ਕੋਲ ਪਹਿਲਾ ਹੈ ਵਪਾਰ ਅਤੇ ਉਦਯੋਗਾਂ ਲਈ। ਸੋ ਵਪਾਰ ਅਤੇ ਉਦਯੋਗਾਂ ਵਿੱਚ ਕੰਮਕਾਰ ਨੂੰ ਸੌਖਾ ਕਰਨ ਲਈ ਇਨਫੋਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਪੈਂਦੀ ਹੈ। ਦੂਸਰਾ ਹੈ ਘਰਾਂ ਵਿੱਚ। ਘਰਾਂ ਵਿੱਚ ਸਿੱਖਿਆ, ਸੰਚਾਰ ਅਤੇ ਮਨੋਰੰਜਨ ਲਈ ਇਨਫੋਰਮੇਸ਼ਨ ਟੈਕਨੋਲੋਜੀ ਦੀ ਲੋੜ ਪੈਂਦੀ ਹੈ। ਤੀਸਰਾ ਹੈ ਸਿਖਲਾਈ ਲਈ। ਸਕੂਲਾਂ, ਕਾਲਜਾਂ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਸਿਖਲਾਈ ਪ੍ਰਾਪਤ ਕਰਨ ਲਈ ਇਨਫੋਰਮੇਸ਼ਨ ਦੀ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਅਸੀਂ ਹੁਣ ਦੂਸਰਾ ਪ੍ਰਸ਼ਨ ਪੜ੍ਹ ਲੈਂਦੇ ਹਾਂ ਆਨਲਾਈਨ ਰਿਜ਼ਲਟ ਦੇਖਣ ਦੇ ਸਟੈਪ ਲਿਖੋ। ਸੋ ਆਨਲਾਈਨ ਰਿਜ਼ਲਟ ਦੇਖਣ ਦੇ ਤਰੀਕਿਆਂ ਵਿੱਚ ਸਾਡੇ ਕੋਲ ਪਹਿਲਾ ਸਟੈਪ ਹੈ ਵੈਬ ਬਰਾਊਜ਼ਰ ਜਿਵੇਂ ਕਿ ਗੂਗਲ ਕਰੋਮ, ਇੰਟਰਨੈਟ ਐਕਸਪਲੋਰਰ ਜਾਂ ਮੋਜ਼ਿਲਾ ਫਾਇਰਫੌਕਸ ਨੂੰ ਖੋਲ੍ਹੋ। ਐਡਰੈਸ ਬਾਰ ਉੱਤੇ ਵੈਬ ਐਡਰੈਸ ਟਾਈਪ ਕਰੋ ਜਿਵੇਂ ਕਿ www.pseb.ac.in ਅਤੇ ਐਂਟਰ ਕੀ ਦਬਾਓ। ਤੀਸਰਾ ਹੈ ਰਿਜ਼ਲਟ ਆਪਸ਼ਨ ਉੱਤੇ ਕਲਿੱਕ ਕਰੋ। ਚੌਥਾ ਹੈ ਮੈਟ੍ਰਿਕੂਲੇਸ਼ਨ ਐਗਜ਼ਾਮੀਨੇਸ਼ਨ ਰਿਜ਼ਲਟ ਉੱਤੇ ਕਲਿੱਕ ਕਰੋ। ਉਸ ਤੋਂ ਬਾਅਦ ਈਅਰ ਆਫ ਐਗਜ਼ਾਮੀਨੇਸ਼ਨ ਵਿੱਚ ਸਾਲ ਦੀ ਚੋਣ ਕਰੋ। ਲਾਸਟ ਹੈ ਫਾਈਂਡ ਰਿਜ਼ਲਟ 'ਤੇ ਕਲਿੱਕ ਕਰੋ। ਸਾਡਾ ਰਿਜ਼ਲਟ ਸਕਰੀਨ 'ਤੇ ਨਜ਼ਰ ਆਵੇਗਾ। ਅਸੀਂ ਇਸ ਰਿਜ਼ਲਟ ਦਾ ਪ੍ਰਿੰਟ ਵੀ ਲੈ ਸਕਦੇ ਹਾਂ। ਸੋ ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਮੋਬਾਈਲ ਟੈਕਨੋਲੋਜੀ ਉੱਪਰ ਨੋਟ ਲਿਖੋ। ਸੋ ਮੋਬਾਈਲ ਟੈਕਨੋਲੋਜੀ ਦਾ ਭਾਵ ਹੈ ਉਹ ਟੈਕਨੋਲੋਜੀ ਜਿਸ ਨੇ ਸੰਸਾਰ ਦੇ ਦੂਰ ਦਰਾਡੇ ਇਲਾਕਿਆਂ ਵਿੱਚ ਸੰਚਾਰ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਅੱਜ ਔਸਤਨ 7 ਵਿੱਚੋਂ 6 ਲੋਕ ਮੋਬਾਈਲ ਫੋਨ ਧਾਰਕ ਹਨ। ਸੋ ਮੋਬਾਈਲ ਟੈਕਨੋਲੋਜੀ ਦੇ ਕੁਝ ਮੁੱਖ ਪ੍ਰਯੋਗ ਖੇਤਰ ਹਨ। ਪਹਿਲਾ ਸਿੱਖਿਆ, ਦੂਸਰਾ ਨਿਰੀਖਣ ਅਤੇ ਪੋਲਿੰਗ,
तीसरा बैंकिंग, लास्ट साढ़े कोल डाटा एनालिसिस। चौथा प्रश्न है ऑनलाइन शॉपिंग संबंधी व्याख्या करो। ऑनलाइन शॉपिंग इलैक्ट्रॉनिक ਵਪਾਰ ਦਾ ਇੱਕ ਤਰੀਕਾ ਹੈ ਜੋ ਕਿ ਉਪਭੋਗਤਾ ਨੂੰ ਇੰਟਰਨੈਟ ਤੇ ਵੈਬ ਬਰਾਊਜ਼ਰ ਦੀ ਵਰਤੋਂ ਕਰਦੇ ਹੋਏ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਆਨਲਾਈਨ ਸ਼ਾਪਿੰਗ ਰਾਹੀਂ ਅਸੀਂ ਘਰ ਬੈਠੇ ਹੀ ਚੀਜ਼ਾਂ ਦੀ ਖਰੀਦ ਕਰ ਸਕਦੇ ਹਾਂ ਅਤੇ ਖਰੀਦਦਾਰੀ ਦੇ ਮੁੱਲ ਦਾ ਭੁਗਤਾਨ ਆਪਣੇ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈਟ ਬੈਂਕਿੰਗ ਜਾਂ ਕੈਸ਼ ਔਨ ਡਿਲੀਵਰੀ ਰਾਹੀਂ ਵੀ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਨੈਟ ਬੈਂਕਿੰਗ ਕੀ ਹੈ, ਵਿਆਖਿਆ ਕਰੋ। ਸੋ ਨੈਟ ਬੈਂਕਿੰਗ ਨੂੰ ਆਨਲਾਈਨ ਬੈਂਕਿੰਗ ਵੀ ਕਿਹਾ ਜਾਂਦਾ ਹੈ। ਨੈਟ ਬੈਂਕਿੰਗ ਨੇ ਬੈਂਕਾਂ ਵਿੱਚ ਕੰਮਕਾਜ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਨੈਟ ਬੈਂਕਿੰਗ ਰਾਹੀਂ ਅਸੀਂ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਬੈਂਕਾਂ ਨਾਲ ਸੰਬੰਧਿਤ ਕਈ ਕੰਮਕਾਜ ਘਰ ਬੈਠੇ ਹੀ ਕਰ ਸਕਦੇ ਹਾਂ। ਉਦਾਹਰਨ ਲਈ ਨੈਟ ਬੈਂਕਿੰਗ ਦੀ ਵਰਤੋਂ ਨਾਲ ਅਸੀਂ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ, ਪੈਸੇ ਟ੍ਰਾਂਸਫਰ ਕਰ ਸਕਦੇ ਹਾਂ ਅਤੇ ਬਿੱਲ ਵੀ ਭਰ ਸਕਦੇ ਹਾਂ ਆਦਿ। ਸੋ ਬੱਚੇ, ਹੁਣ ਅਸੀਂ ਪਾਠ ਨੰਬਰ 4 ਮਾਈਕਰੋਸਾਫਟ ਪਾਵਰਪੁਆਇੰਟ ਭਾਗ 1 ਪਾਠ ਦਾ ਅਭਿਆਸ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਇਸ ਦੀਆਂ ਖਾਲੀ ਥਾਵਾਂ ਭਰੋ ਹੈ। ਪਹਿਲੀ ਖਾਲੀ ਥਾਂ ਹੈ ਡੈਸ਼ ਇੱਕ ਪ੍ਰੈਜੈਂਟੇਸ਼ਨ ਗ੍ਰਾਫਿਕ ਸੌਫਟਵੇਅਰ ਹੈ। ਤਾਂ ਸਾਡੇ ਕੋਲ ਇਸ ਦੀ ਆਪਸ਼ਨ ਨੇ ਪਾਵਰਪੁਆਇੰਟ, ਐਕਸਲ, ਵਰਡ ਜਾਂ ਪੇਂਟ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਪਾਵਰਪੁਆਇੰਟ ਇੱਕ ਪ੍ਰੈਜੈਂਟੇਸ਼ਨ ਗ੍ਰਾਫਿਕ ਸੌਫਟਵੇਅਰ ਹੈ। ਦੂਸਰੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਨੇ ਵੱਖ-ਵੱਖ ਵਰਡ ਪ੍ਰੋਸੈਸਰ, ਸਲਾਈਡ, ਪ੍ਰੈਜੈਂਟੇਸ਼ਨ ਜਾਂ ਟ੍ਰਾਂਜੀਸ਼ਨ। ਸਾਡੇ ਕੋਲ ਸਹੀ ਉੱਤਰ ਹੈ ਪ੍ਰੈਜੈਂਟੇਸ਼ਨ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਇੱਕ ਪ੍ਰਕਿਰਿਆ ਹੈ। ਤੀਸਰੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਇੱਕ ਡੈਸ਼ ਪ੍ਰੈਜੈਂਟੇਸ਼ਨ ਦਾ ਇੱਕ ਪੇਜ ਹੁੰਦਾ ਹੈ। ਸਾਡੇ ਕੋਲ ਇਸ ਦੇ ਵੱਖ-ਵੱਖ ਆਪਸ਼ਨ ਨੇ ਸਲਾਈਡ, ਡਾਕੂਮੈਂਟ, ਸ਼ੀਟ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਇੱਕ ਸਲਾਈਡ ਪ੍ਰੈਜੈਂਟੇਸ਼ਨ ਦਾ ਇੱਕ ਪੇਜ ਹੁੰਦਾ ਹੈ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਡੈਸ਼ ਸਾਡੀ ਪ੍ਰੈਜੈਂਟੇਸ਼ਨ ਵਿੱਚ ਮੌਜੂਦਾ ਸਲਾਈਡ ਨੂੰ ਦਰਸਾਉਂਦਾ ਹੈ। ਸਾਡੇ ਕੋਲ ਇਹਦੇ ਆਪਸ਼ਨ ਨੇ ਆਊਟਲਾਈਨ ਪੈਨ, ਕੰਟੈਂਟ ਪੈਨ, ਰੀਬਨ ਜਾਂ ਸਲਾਈਡ ਪੈਨ। ਤਾਂ ਸਾਡੇ ਕੋਲ ਸਹੀ ਉੱਤਰ ਸਲਾਈਡ ਪੈਨ ਸਾਡੀ ਪ੍ਰੈਜੈਂਟੇਸ਼ਨ ਵਿੱਚ ਮੌਜੂਦਾ ਸਲਾਈਡ ਨੂੰ ਦਰਸਾਉਂਦਾ ਹੈ। ਅੱਗੇ ਸਾਡੇ ਕੋਲ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਤੁਸੀਂ ਪਾਵਰਪੁਆਇੰਟ ਨੂੰ ਕਿਵੇਂ ਖੋਲੋਗੇ। ਤਾਂ ਸਾਡੇ ਕੋਲ ਇਹਦਾ ਉੱਤਰ ਹੈ ਵਿੰਡੋ ਕੀ ਪਲੱਸ ਆਰ ਕੀ ਦੀ ਮਦਦ ਨਾਲ ਰਨ ਬਾਕਸ ਖੋਲਾਂਗੇ। ਉਸ ਤੋਂ ਬਾਅਦ ਰਨ ਬਾਕਸ ਵਿੱਚ ਪਾਵਰਪੁਆਇੰਟ ਟਾਈਪ ਕਰਕੇ ਅਸੀਂ ਪਾਵਰਪੁਆਇੰਟ ਨੂੰ ਖੋਲ ਸਕਦੇ ਹਾਂ। ਦੂਸਰਾ ਸਾਡੇ ਕੋਲ ਪ੍ਰਸ਼ਨ ਹੈ ਪਾਵਰਪੁਆਇੰਟ ਵਿੱਚ ਪ੍ਰੈਜੈਂਟੇਸ਼ਨ ਨੂੰ ਸੇਵ ਕਰਨ ਦੀ ਸ਼ਾਰਟਕਟ ਕੀ ਲਿਖੋ। ਸੋ ਪਾਵਰਪੁਆਇੰਟ ਵਿੱਚ ਪ੍ਰੈਜੈਂਟੇਸ਼ਨ ਨੂੰ ਸੇਵ ਕਰਨ ਦੀ ਸ਼ਾਰਟਕਟ ਕੀ Ctrl+S ਹੈ। ਤੀਸਰਾ ਹੈ ਪਾਵਰਪੁਆਇੰਟ ਨੂੰ ਬੰਦ ਕਰਨ ਦੀ ਸ਼ਾਰਟਕਟ ਕੀ ਲਿਖੋ। ਸੋ ਪਾਵਰਪੁਆਇੰਟ ਨੂੰ ਬੰਦ ਕਰਨ ਲਈ ਸਾਡੇ ਕੋਲ ਸ਼ਾਰਟਕਟ ਕੀ ਹੈ Alt ਕੀ +F4। ਚੌਥਾ ਸਾਡੇ ਕੋਲ ਪ੍ਰਸ਼ਨ ਹੈ ਪਹਿਲੀ ਸਲਾਈਡ ਤੋਂ ਸਲਾਈਡ ਸ਼ੋ ਸਟਾਰਟ ਕਰਨ ਦੀ ਸ਼ਾਰਟਕਟ ਕੀ ਲਿਖੋ। ਤਾਂ ਸਾਡੇ ਕੋਲ ਸ਼ਾਰਟਕਟ ਕੀ ਹੈ F5। ਅਗਲਾ ਪ੍ਰਸ਼ਨ ਹੈ ਪਾਵਰਪੁਆਇੰਟ ਵਿੱਚ ਪ੍ਰੈਜੈਂਟੇਸ਼ਨ ਫਾਈਲ ਦੀ ਐਕਸਟੈਂਸ਼ਨ ਲਿਖੋ। ਸੋ ਪਾਵਰਪੁਆਇੰਟ ਵਿੱਚ ਜਿਹੜੀ ਪ੍ਰੈਜੈਂਟੇਸ਼ਨ ਹੈ ਉਸ ਫਾਈਲ ਦੀ ਐਕਸਟੈਂਸ਼ਨ .pptx ਹੁੰਦੀ ਹੈ। ਛੇਵਾਂ ਸਾਡੇ ਕੋਲ ਪ੍ਰਸ਼ਨ ਹੈ ਰਨ ਬਾਕਸ ਨਾਲ ਪਾਵਰਪੁਆਇੰਟ ਓਪਨ ਕਰਨ ਲਈ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਪਾਵਰ PNT। ਅਗਲਾ ਸਾਡੇ ਕੋਲ ਪ੍ਰਸ਼ਨ ਹੈ ਛੋਟੇ ਉੱਤਰ ਵਾਲੇ ਪ੍ਰਸ਼ਨ। ਸਭ ਤੋਂ ਪਹਿਲਾ ਪ੍ਰਸ਼ਨ ਹੈ ਪਾਵਰਪੁਆਇੰਟ ਕੀ ਹੈ। ਸੋ ਪਾਵਰਪੁਆਇੰਟ ਮਾਈਕਰੋਸਾਫਟ ਆਫਿਸ ਪੈਕੇਜ ਦਾ ਇੱਕ ਭਾਗ ਹੈ ਜਿਸ ਨੂੰ ਮਾਈਕਰੋਸਾਫਟ ਕੰਪਨੀ ਵੱਲੋਂ ਬਣਾਇਆ ਗਿਆ ਹੈ। ਪਾਵਰਪੁਆਇੰਟ ਇੱਕ ਪ੍ਰੈਜੈਂਟੇਸ਼ਨ ਪ੍ਰੋਗਰਾਮ ਹੈ ਜਿਸ ਦੀ ਵਰਤੋਂ ਅਸੀਂ ਕੰਪਿਊਟਰ ਜਾਂ ਮੋਬਾਈਲ ਰਾਹੀਂ ਸਲਾਈਡ ਵਿੱਚ ਫੋਟੋ ਜਾਂ ਆਵਾਜ਼ ਰਾਹੀਂ ਸੂਚਨਾ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰੈਜੈਂਟੇਸ਼ਨ ਤਿਆਰ ਕਰਕੇ ਬਣਾ ਸਕਦੇ ਹਾਂ। ਪਾਵਰਪੁਆਇੰਟ ਪ੍ਰੈਜੈਂਟੇਸ਼ਨ ਨੂੰ PPT ਵੀ ਕਿਹਾ ਜਾਂਦਾ ਹੈ ਅਤੇ ਇਸ ਐਪਲੀਕੇਸ਼ਨ ਸੌਫਟਵੇਅਰ ਦੀ ਫਾਈਲ ਐਕਸਟੈਂਸ਼ਨ .pptx ਹੁੰਦੀ ਹੈ। ਅੱਗੇ ਦੂਸਰਾ ਪ੍ਰਸ਼ਨ ਹੈ ਪ੍ਰੈਜੈਂਟੇਸ਼ਨ ਪਰ ਨੋਟ ਲਿਖੋ। ਦੋ ਜਾਂ ਦੋ ਤੋਂ ਜ਼ਿਆਦਾ ਸਲਾਈਡਾਂ ਦੇ ਇਕੱਠ ਨੂੰ ਪ੍ਰੈਜੈਂਟੇਸ਼ਨ ਕਿਹਾ ਜਾਂਦਾ ਹੈ। ਇੱਕ ਵਧੀਆ ਪ੍ਰੈਜੈਂਟੇਸ਼ਨ ਵਿੱਚ 10 ਤੋਂ 12 ਤੱਕ ਸਲਾਈਡ ਹੋ ਸਕਦੀਆਂ ਹਨ। ਅਸੀਂ ਆਪਣੀ ਸਲਾਈਡ ਨੂੰ ਐਨੀਮੇਸ਼ਨ, ਆਡੀਓ ਜਾਂ ਵੀਡੀਓ ਰਾਹੀਂ ਹੋਰ ਵੀ ਆਕਰਸ਼ਕ ਬਣਾ ਸਕਦੇ ਹਾਂ। ਪ੍ਰੈਜੈਂਟੇਸ਼ਨ ਬਣਾਉਣ ਲਈ ਪਾਵਰਪੁਆਇੰਟ ਸੌਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਤੀਸਰਾ ਪ੍ਰਸ਼ਨ ਹੈ ਸਲਾਈਡ ਕੀ ਹੁੰਦੀ ਹੈ। ਜਿਸ ਤਰ੍ਹਾਂ ਇੱਕ ਫਿਲਮ ਕਈ ਛੋਟੀਆਂ ਕਲਿੱਪ ਤੋਂ ਮਿਲ ਕੇ ਬਣਦੀ ਹੈ, ਉਸੇ ਤਰ੍ਹਾਂ ਪ੍ਰੈਜੈਂਟੇਸ਼ਨ ਕਈ ਸਲਾਈਡਾਂ ਤੋਂ ਮਿਲ ਕੇ ਬਣਦੀ ਹੈ। ਪ੍ਰੈਜੈਂਟੇਸ਼ਨ ਦੇ ਇਕੱਲੇ ਪੇਜ ਨੂੰ ਸਲਾਈਡ ਕਿਹਾ ਜਾਂਦਾ ਹੈ। ਪ੍ਰੈਜੈਂਟੇਸ਼ਨ ਬਣਾਉਣ ਲਈ ਸਲਾਈਡ ਉੱਪਰ ਵੱਖ-ਵੱਖ ਕਿਸਮਾਂ ਦੇ ਆਬਜੈਕਟ ਰੱਖੇ ਜਾ ਸਕਦੇ ਹਨ। ਪਾਵਰਪੁਆਇੰਟ ਵਿੱਚ ਪ੍ਰੈਜੈਂਟੇਸ਼ਨ ਬਣਾਉਣ ਲਈ ਇੱਕ ਜਾਂ ਇੱਕ ਤੋਂ ਵੱਧ ਸਲਾਈਡਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਅੱਗੇ ਚੌਥਾ ਪ੍ਰਸ਼ਨ ਹੈ ਪਾਵਰਪੁਆਇੰਟ ਵਿੰਡੋ ਦੇ ਵੱਖ-ਵੱਖ ਭਾਗਾਂ ਦੇ ਨਾਂ ਲਿਖੋ। ਪਾਵਰਪੁਆਇੰਟ ਵਿੰਡੋ ਦੇ
मुख्य ਜਿਹੜੇ ਸਾਡੇ ਕੋਲ ਭਾਗ ਹੈ, ਇਸ ਵਿੱਚ ਪਹਿਲਾ ਹੈ ਟਾਈਟਲ ਬਾਰ, ਦੂਸਰਾ ਕੁਇਕ ਐਕਸੈਸ ਟੂਲ ਬਾਰ, ਤੀਸਰਾ ਰੀਬਨ ਅਤੇ ਟੈਬ, ਚੌਥਾ ਆਊਟਲਾਈਨ ਅਤੇ ਸਲਾਈਡ ਟੈਬ, ਪੰਜਵਾਂ ਸਲਾਈਡ ਪੈਨ, ਛੇਵਾਂ ਨੋਟਸ ਪੈਨ, ਸੱਤਵਾਂ ਸਟੇਟਸ ਬਾਰ, ਲਾਸਟ ਹੈ ਸਾਡੇ ਕੋਲ ਵਿਊ ਆਪਸ਼ਨ। ਪੰਜਵਾਂ ਪ੍ਰਸ਼ਨ, ਤੁਸੀਂ ਪਾਵਰਪੁਆਇੰਟ ਵਿੱਚ ਦਰਸ਼ਕਾਂ ਲਈ ਪ੍ਰੈਜੈਂਟੇਸ਼ਨ ਕਿਵੇਂ ਪਲੇ ਕਰੋਗੇ। ਸੋ ਪਾਵਰਪੁਆਇੰਟ ਵਿੱਚ ਦਰਸ਼ਕਾਂ ਲਈ ਪ੍ਰੈਜੈਂਟੇਸ਼ਨ ਪਲੇ ਕਰਨ ਦਾ ਤਰੀਕਾ ਹੈ, ਸਭ ਤੋਂ ਪਹਿਲਾਂ ਸਲਾਈਡ ਤੋਂ ਪ੍ਰੈਜੈਂਟੇਸ਼ਨ ਸ਼ੁਰੂ ਕਰਨ ਲਈ ਕੀਬੋਰਡ ਤੋਂ F ਕੀ ਦਬਾਓ ਜਾਂ ਸਲਾਈਡ ਸ਼ੋ ਟੈਬ ਉੱਪਰ ਕਲਿੱਕ ਕਰੋ ਅਤੇ ਸਟਾਰਟ ਸਲਾਈਡ ਸ਼ੋ ਗਰੁੱਪ ਵਿੱਚੋਂ ਫਰੋਮ ਬਿਗਿਨਿੰਗ ਬਟਨ ਦੀ ਚੋਣ ਕਰੋ। ਇਸ ਤਰ੍ਹਾਂ ਦੇ ਨਾਲ ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਆ ਉਹ ਪਲੇ ਹੋ ਜਾਵੇਗੀ। ਅੱਗੇ ਸਾਡੇ ਕੋਲ ਛੇਵਾਂ ਪ੍ਰਸ਼ਨ ਹੈ, ਪਾਵਰਪੁਆਇੰਟ ਵਿੱਚ ਸਲਾਈਡ ਪੈਨ ਅਤੇ ਨੋਟਸ ਪੈਨ ਬਾਰੇ ਲਿਖੋ ਤੇ ਜਾਣਕਾਰੀ ਦਿਓ। ਸੋ ਪਹਿਲਾਂ ਅਸੀਂ ਸਲਾਈਡ ਪੈਨ ਬਾਰੇ ਜਾਣ ਲੈਂਦੇ ਹਾਂ। ਇਹ ਪੈਨ ਸਾਡੀ ਪ੍ਰੈਜੈਂਟੇਸ਼ਨ ਵਿੱਚ ਮੌਜੂਦਾ ਸਲਾਈਡ ਨੂੰ ਦਰਸਾਉਂਦਾ ਹੈ। ਅਸੀਂ ਖੜਵੇ ਸਕਰੋਲ ਬਾਰ ਦੀ ਵਰਤੋਂ ਨਾਲ ਪ੍ਰੈਜੈਂਟੇਸ਼ਨ ਦੀਆਂ ਹੋਰ ਸਲਾਈਡ ਨੂੰ ਵੇਖ ਸਕਦੇ ਹਾਂ। ਦੂਸਰਾ ਸਾਡੇ ਕੋਲ ਹੈ ਨੋਟਸ ਪੈਨ। ਇਹ ਪੈਨ ਸਲਾਈਡ ਪੈਨ ਦੇ ਹੇਠਾਂ ਮੌਜੂਦ ਹੁੰਦਾ ਹੈ ਅਤੇ ਇਸ ਪੈਨ ਦੀ ਵਰਤੋਂ ਸਲਾਈਡ ਕੰਟੈਂਟ ਨਾਲ ਸੰਬੰਧਿਤ ਨੋਟਸ ਟਾਈਪ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ। ਪਹਿਲਾ ਸਾਡੇ ਕੋਲ ਪ੍ਰਸ਼ਨ ਹੈ, ਪਾਵਰਪੁਆਇੰਟ ਵਿੰਡੋ ਦੇ ਕੋਈ 3 ਮੁੱਖ ਭਾਗਾਂ ਦਾ ਵਰਣਨ ਕਰੋ। ਸੋ ਪਾਵਰਪੁਆਇੰਟ ਵਿੰਡੋ ਦੇ 3 ਮੁੱਖ ਭਾਗ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਟਾਈਟਲ ਬਾਰ। ਸੋ ਇਹ ਪਾਵਰਪੁਆਇੰਟ ਵਿੰਡੋ ਦੀ ਸਭ ਤੋਂ ਉੱਪਰਲੀ ਬਾਰ ਹੈ। ਇਸ ਬਾਰ ਵਿੱਚ ਸੌਫਟਵੇਅਰ ਦਾ ਨਾਮ ਅਤੇ ਮੌਜੂਦਾ ਓਪਨ ਕੀਤੀ ਹੋਈ ਪ੍ਰੈਜੈਂਟੇਸ਼ਨ ਦਾ ਨਾਮ ਦਿਖਾਈ ਦਿੰਦਾ ਹੈ। ਇਸ ਬਾਰ ਦੇ ਸੱਜੇ ਪਾਸੇ 3 ਕੰਟਰੋਲ ਬਟਨ ਲੱਗੇ ਹੁੰਦੇ ਹਨ, ਜਿਸ ਵਿੱਚ ਪਹਿਲਾ ਮਿਨੀਮਾਈਜ਼, ਦੂਸਰਾ ਮੈਕਸਿਮਾਈਜ਼ ਅਤੇ ਤੀਸਰਾ ਰੀਸਟੋਰ ਬਟਨ ਮੌਜੂਦ ਹੁੰਦੇ ਹਨ। ਦੂਸਰਾ ਇਸ ਦਾ ਭਾਗ ਹੈ ਕੁਇਕ ਐਕਸੈਸ ਟੂਲ ਬਾਰ। ਇਹ ਟੂਲ ਬਾਰ ਟਾਈਟਲ ਬਾਰ ਦੇ ਖੱਬੇ ਪਾਸੇ ਮੌਜੂਦ ਹੁੰਦੀ ਹੈ। ਇਸ ਵਿੱਚ ਆਮ ਵਰਤੀਆਂ ਜਾਣ ਵਾਲੀਆਂ ਕਮਾਂਡ ਮੌਜੂਦ ਹੁੰਦੀਆਂ ਹਨ। ਤੀਸਰਾ ਪੁਆਇੰਟ ਹੈ ਰੀਬਨ ਅਤੇ ਟੈਬ। ਸੋ ਰੀਬਨ ਪਾਵਰਪੁਆਇੰਟ ਵਿੰਡੋ ਦੇ ਉੱਪਰਲੇ ਪਾਸੇ ਅਤੇ ਟਾਈਟਲ ਬਾਰ ਦੇ ਹੇਠਾਂ ਮੌਜੂਦ ਹੁੰਦਾ ਹੈ। ਪਾਵਰਪੁਆਇੰਟ ਵਿੱਚ 8 ਸਟੈਂਡਰਡ ਟੈਬ ਹੁੰਦੇ ਹਨ: ਹੋਮ, ਇਨਸਰਟ, ਡਿਜ਼ਾਈਨ, ਟ੍ਰਾਂਜੀਸ਼ਨ, ਐਨੀਮੇਸ਼ਨ, ਸਲਾਈਡ ਸ਼ੋ, ਰਿਵਿਊ ਅਤੇ ਵਿਊ ਟੈਬ। ਸੋ ਹਰੇਕ ਟੈਬ ਨੂੰ ਸੰਬੰਧਿਤ ਕਮਾਂਡ ਦੇ ਗਰੁੱਪਾਂ ਵਿੱਚ ਵੰਡਿਆ ਗਿਆ ਹੁੰਦਾ ਹੈ, ਜੋ ਰੀਬਨ ਵਿੱਚ ਦਿਖਾਈ ਦਿੰਦੀਆਂ ਹਨ। ਅੱਗੇ ਸਾਡੇ ਕੋਲ ਦੂਸਰਾ ਵੱਡਾ ਪ੍ਰਸ਼ਨ ਹੈ, ਤੁਸੀਂ ਪਾਵਰਪੁਆਇੰਟ ਵਿੱਚ ਫੋਟੋ ਐਲਬਮ ਕਿਵੇਂ ਤਿਆਰ ਕਰੋਗੇ। ਸੋ ਪਾਵਰਪੁਆਇੰਟ ਸਾਨੂੰ ਫੋਟੋਆਂ ਦੀ ਪ੍ਰੈਜੈਂਟੇਸ਼ਨ ਬਣਾਉਣ ਲਈ ਤਸਵੀਰਾਂ ਦੇ ਸੈੱਟ ਨੂੰ ਇੰਪੋਰਟ ਕਰਨ ਦੀ ਸਹੂਲਤ ਦਿੰਦਾ ਹੈ। ਸੋ ਇਨਸਰਟ ਟੈਬ ਦੇ ਫੋਟੋ ਐਲਬਮ ਆਪਸ਼ਨ ਦੀ ਮਦਦ ਨਾਲ ਅਸੀਂ ਤਸਵੀਰਾਂ ਦੀ ਸਿਲੈਕਸ਼ਨ, ਉਹਨਾਂ ਨੂੰ ਪੁਨਰ ਵਿਵਸਥਿਤ ਅਤੇ ਆਪਣੀਆਂ ਤਸਵੀਰਾਂ ਵਿੱਚ ਟੈਕਸਟ ਦਾਖਲ ਕਰ ਸਕਦੇ ਹਾਂ। ਹਰੇਕ ਸਲਾਈਡ ਵਿੱਚ ਇੱਕ ਤਸਵੀਰ ਜਾਂ ਇੱਕ ਤੋਂ ਜ਼ਿਆਦਾ ਤਸਵੀਰਾਂ ਦੀ ਲਗਾਈਆਂ ਜਾ ਸਕਦੀਆਂ ਹਨ। ਸੋ ਅੱਗੇ ਹੁਣ ਅਸੀਂ ਫੋਟੋ ਐਲਬਮ ਬਣਾਉਣ ਦੇ ਸਟੈਪਸ ਬਾਰੇ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾ ਸਟੈਪ ਹੈ, ਇਨਸਰਟ ਟੈਬ ਦੇ ਇਮੇਜ ਗਰੁੱਪ ਵਿੱਚ ਫੋਟੋ ਐਲਬਮ ਆਪਸ਼ਨ ਉੱਪਰ ਕਲਿੱਕ ਕਰੋ ਅਤੇ ਨਿਊ ਫੋਟੋ ਐਲਬਮ ਆਪਸ਼ਨ ਉੱਤੇ ਕਲਿੱਕ ਕਰੋ। ਸੋ ਇੱਕ ਫੋਟੋ ਐਲਬਮ ਡਾਇਲੌਗ ਬਾਕਸ ਖੁੱਲੇਗਾ। ਸੋ ਫਾਈਲ ਜਾਂ ਡਿਸਕ ਬਟਨ ਉੱਪਰ ਕਲਿੱਕ ਕਰੋ, ਫਿਰ ਇਨਸਰਟ ਨਿਊ ਪਿਕਚਰ ਡਾਇਲੌਗ ਬਾਕਸ ਖੁੱਲੇਗਾ। ਇਸ ਵਿੱਚ ਆਪਣੀ ਜ਼ਰੂਰਤ ਅਨੁਸਾਰ ਤੁਸੀਂ ਆਪਣੀ ਕੰਪਿਊਟਰ ਦੀ ਜਿਸ ਵੀ ਮੈਮਰੀ ਲੋਕੇਸ਼ਨ 'ਤੇ ਫੋਟੋਆਂ ਜਾਂ ਫਾਈਲਾਂ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਸਿਲੈਕਟ ਕਰੋ। ਉਹਨਾਂ ਵਿੱਚੋਂ ਤਸਵੀਰਾਂ ਸਿਲੈਕਟ ਕਰਨ ਤੋਂ ਬਾਅਦ ਇਨਸਰਟ ਬਟਨ 'ਤੇ ਕਲਿੱਕ ਕਰਕੇ ਵਾਪਸ ਫੋਟੋ ਐਲਬਮ ਡਾਇਲੌਗ ਬਾਕਸ 'ਤੇ ਆ ਜਾਓ। ਸੋ ਫੋਟੋ ਐਲਬਮ ਡਾਇਲੌਗ ਬਾਕਸ ਰਾਹੀਂ ਤਸਵੀਰ ਦੀ ਰੋਟੇਸ਼ਨ, ਬ੍ਰਾਈਟਨੈਸ ਅਤੇ ਕੰਟਰਾਸਟ, ਤਸਵੀਰਾਂ ਦੀ ਲੇਆਊਟ ਜਾਂ ਦਿੱਖ ਬਦਲਣਾ, ਤਸਵੀਰਾਂ ਨੂੰ ਪੁਨਰ ਵਿਵਸਥਿਤ ਕਰਨਾ ਆਦਿ ਆਪਸ਼ਨ ਮੌਜੂਦ ਹੁੰਦੇ ਹਨ। ਇਹਨਾਂ ਆਪਸ਼ਨ ਵਿੱਚ ਆਪਣੀ ਜ਼ਰੂਰਤ ਅਨੁਸਾਰ ਬਦਲਾਵ ਕਰੋ ਅਤੇ ਕ੍ਰੀਏਟ ਬਟਨ 'ਤੇ ਕਲਿੱਕ ਕਰਕੇ ਤਸਵੀਰਾਂ ਨੂੰ ਫੋਟੋ ਐਲਬਮ ਪ੍ਰੈਜੈਂਟੇਸ਼ਨ ਵਿੱਚ ਦਾਖਲ ਕਰੋ। ਹੁਣ ਫੋਟੋ ਐਲਬਮ ਲਈ ਇੱਕ ਨਵੀਂ ਵੱਖਰੀ ਪ੍ਰੈਜੈਂਟੇਸ਼ਨ ਤਿਆਰ ਹੋ ਜਾਵੇਗੀ, ਜਿਸ ਵਿੱਚ ਇੱਕ ਟਾਈਟਲ ਪੇਜ ਅਤੇ ਹਰੇਕ ਤਸਵੀਰ ਲਈ ਇੱਕ ਵੱਖਰੀ ਸਲਾਈਡ ਆਪਣੇ ਆਪ ਬਣ ਜਾਵੇਗੀ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ। ਧੰਨਵਾਦ।